ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪੰਜਾਬ ਦੇ ਲੋਕ ਲਗਾਤਾਰ ਹੜ੍ਹਾਂ ਦੀ ਮਾਰ ਝੱਲ ਰਹੇ ਨੇ ਔਰ ਇਸ ਦਾ ਜਿਹੜਾ ਪ੍ਰਕੋਪ ਆ ਪਾਣੀ ਦਾ, ਹੜ੍ਹਾਂ ਦਾ, ਉਹ ਇਕੱਲਾ ਪੰਜਾਬ ਤੱਕ ਸੀਮਿਤ ਨਹੀਂ ਆ, ਬਲਕਿ ਜਿਹੜੇ ਗੁਆਂਢੀ ਸੂਬੇ ਨੇ, ਨਾਲ ਲੱਗਦੇ ਸੂਬੇ ਨੇ, ਚਾਹੇ ਹਿਮਾਚਲ ਪ੍ਰਦੇਸ਼ ਆ, ਚਾਹੇ ਹਰਿਆਣਾ, ਚੰਡੀਗੜ੍ਹ, ਯੂਟੀ ਜਾਂ ਹੋਰ ਆਸੇ-ਪਾਸੇ ਜਿੰਨੇ ਇਲਾਕੇ ਲੱਗਦੇ ਨੇ, ਉੱਥੇ ਹੜ੍ਹਾਂ ਦਾ ਜਿਹੜਾ ਪਾਣੀ ਆ, ਪਾਣੀ ਦਾ ਪ੍ਰਕੋਪ ਆ, ਉਹ ਲਗਾਤਾਰ ਜਾਨੀ ਵੀ ਤੇ ਮਾਲੀ ਨੁਕਸਾਨ ਕਰ ਰਿਹਾ। ਹਾਲਾਂਕਿ ਪ੍ਰਸ਼ਾਸਨ ਨੇ, ਸਰਕਾਰਾਂ ਨੇ ਫੌਜ ਵੀ ਸੱਦ ਲਈ ਆ, ਹੋਰ ਵੀ ਏਜੰਸੀਜ਼ ਬੁਲਾ ਲਈਆਂ ਨੇ ਤੇ ਉਹ ਲਗਾਤਾਰ ਲੋਕਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਨਾਲ ਦੀ ਨਾਲ ਇੱਕ ਹੋਰ ਪੇਸ਼ਨਗੋਈ ਹੋਈ ਆ ਕਿ 13 ਤੇ 14 ਜੁਲਾਈ ਨੂੰ ਫੇਰ ਮੀਂਹ ਪੈ ਰਹੇ ਨੇ, ਬੜੇ ਭਾਰੀ ਮੀਂਹ ਪੈ ਰਹੇ ਨੇ। ਉਸ ਨੂੰ ਲੈ ਕੇ ਵੀ ਇਸ ਟਾਈਮ ਪ੍ਰਸ਼ਾਸਨ ਆ ਔਰ ਲੋਕ ਵੀ ਬਹੁਤ ਸਤਰਕ ਨੇ। ਪਰ ਇਸ ਦੇ ਨਾਲ ਜਿਹੜੀਆਂ ਜ਼ਮੀਨਾਂ ਨੇ, ਖਾਸ ਤੌਰ ਤੇ ਖੇਤੀ ਦੀਆਂ ਜ਼ਮੀਨਾਂ, ਜਿਸ ਤਰ੍ਹਾਂ ਉਹ ਪਾਣੀ ਦੇ ਵਿੱਚ ਡੁੱਬ ਗਈਆਂ, ਇਸੇ ਤਰ੍ਹਾਂ ਪਸ਼ੂ ਨੇ, ਖਾਸ ਤੌਰ ਤੇ ਡੰਗਰ ਨੇ, ਜਿਹੜੇ ਲੋਕਾਂ ਨੇ ਕੈਟਲ ਰੱਖੇ ਹੋਏ ਨੇ, ਉਹਨਾਂ ਨੂੰ ਸੁਰੱਖਿਅਤ ਸਥਾਨਾਂ ਤੇ ਪਹੁੰਚਾਉਣ ਦੇ ਵਿੱਚ ਬੜੀ ਭਾਰੀ ਮੁਸ਼ਕਿਲ ਆ ਰਹੀ ਆ। ਇਹ ਸਾਰਾ ਕੁਝ ਤੁਸੀਂ ਦੇਖ ਹੀ ਰਿਹਾ ਹੋਗੇ, ਪ੍ਰਕੋਪ ਲਗਾਤਾਰ ਜਾਰੀ ਆ। ਪਰ ਨਾਲ ਦੀ ਨਾਲ ਇਹ ਜਿਹੜਾ ਪ੍ਰਕੋਪ ਆ ਇਕੱਲਾ ਹੜ੍ਹਾਂ ਦਾ ਨਹੀਂ ਹੈ, ਲੋਕਾਂ ਤੇ, ਪੰਜਾਬ ਦੇ ਲੋਕਾਂ ਤੇ ਪੰਜਾਬ ਪੁਲਿਸ ਦਾ ਵੀ ਪ੍ਰਕੋਪ ਆ। ਮੈਂ ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰ ਰਿਹਾ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਵੀ ਗੱਲ ਕਰ ਰਿਹਾ। ਅੰਮ੍ਰਿਤਸਰ ਜ਼ਿਲ੍ਹੇ ਨੂੰ ਤੁਸੀਂ ਯਾਦ ਕਰੋ, ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਈ ਸੀ ਹੌਪਰਜ਼ ਰੈਸਟੋਰੈਂਟ ਦੀ। ਹੌਪਰਜ਼ ਰੈਸਟੋਰੈਂਟ ਇੱਕ ਬਹੁਤ ਪੌਸ਼ ਇਲਾਕੇ ਦੇ ਵਿੱਚ ਮੰਨਿਆ ਜਾਂਦਾ, ਉਹਨੂੰ ਰਣਜੀਤ ਐਵਨਿਊ ਦੇ ਵਿੱਚ ਆ। ਉੱਥੋਂ ਦਾ ਜਿਹੜਾ ਪਰਿਵਾਰ ਆ, ਦੋ ਭਰਾ ਬਿਜ਼ਨਸ ਕਰਦੇ ਸੀ ਹੌਪਰਜ਼ ਰੈਸਟੋਰੈਂਟ ਦਾ, ਰਾਜਨਵੀਰ ਸਿੰਘ ਵੜੈਚ ਤੇ ਉਹਦਾ ਛੋਟਾ ਭਰਾ ਡਾਕਟਰ ਮਨਜੋਤ ਸਿੰਘ। ਤੇ ਇਹਨਾਂ ਦਾ ਪਰਿਵਾਰ ਅੱਜ ਵੀ ਭੱਜਿਆ ਹੋਇਆ। 40 ਦਿਨ ਹੋ ਗਏ ਆ। ਲੱਗਦਾ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਇਸ ਕਹਾਣੀ ਨੂੰ, ਇਸ ਸਟੋਰੀ ਨੂੰ ਹਾਈਲਾਈਟ ਕੀਤਾ ਜਾਊਗਾ ਤੇ ਸ਼ਾਇਦ ਪੰਜਾਬ ਸਰਕਾਰ ਉੱਤੇ ਕਿਸੇ ਤਰ੍ਹਾਂ ਦਾ ਅਸਰ ਹੋਊਗਾ, ਉਹ ਕੋਈ ਐਕਸ਼ਨ ਲੈਣਗੇ, ਸੰਵੇਦਨਸ਼ੀਲ ਹੋਣਗੇ। ਪਰ ਅੱਜ ਵੀ ਇਹ ਪਰਿਵਾਰ, ਤੁਸੀਂ ਦੇਖੋ, ਇਹਨਾਂ ਦੀ ਪਤਨੀ ਹੈ ਡਾਕਟਰ ਗੁਰਜੀਤ ਕੌਰ, ਇਹਨਾਂ ਦੀ ਮਾਤਾ, ਦੋ ਬੱਚੀਆਂ, ਇੱਕ 7 ਸਾਲਾਂ ਦੀ, 2 ਸਾਲਾਂ ਦੀ। 40 ਦਿਨ ਹੋ ਗਏ ਆ ਤੇ ਅੱਜ ਵੀ ਇਹ ਘਰੋਂ ਭੱਜੇ ਹੋਏ ਨੇ। ਕੀ ਸੋਚ ਸਕਦੇ ਹੋ ਕਿ ਪੰਜਾਬ ਦੇ ਵਿੱਚ ਇਹ ਹੋ ਰਿਹਾ ਹੋਊਗਾ? ਪਰ ਇਹ ਹੋ ਰਿਹਾ। ਕਿਉਂ ਭੱਜੇ ਹੋਏ ਨੇ? ਕਿਉਂਕਿ ਅੰਮ੍ਰਿਤਸਰ ਦੀ ਪੁਲਿਸ ਅੱਜ ਵੀ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਕਰ ਰਹੀ ਆ, ਤੰਗ ਕਰ ਰਹੀ ਆ, ਧਮਕਾ ਰਹੀ ਆ ਔਰ ਇਹਨਾਂ ਨੂੰ ਲੱਗਦਾ ਸਾਨੂੰ ਕਿਸੇ ਵਕਤ ਵੀ ਗ੍ਰਿਫਤਾਰ ਕੀਤਾ ਜਾ ਸਕਦਾ। ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਇੱਕ ਕੇਸ ਦੇ ਵਿੱਚ ਤਾਂ ਬੇਲ ਮਿਲ ਗਈ ਸੀ, ਜ਼ਮਾਨਤ ਮਿਲ ਗਈ ਸੀ, ਪਰ ਇੱਕ ਹੋਰ ਕੇਸ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਈ ਹੋਰ ਧਾਰਾਵਾਂ ਇਹਨਾਂ ਤੇ ਐਡ ਕਰ ਦਿੱਤੀਆਂ ਗਈਆਂ। ਜਿਹੜਾ ਪੁਲਿਸ ਦਾ ਹਉਮੈ ਆ, ਘਮੰਡ ਆ, ਈਗੋ ਆ, ਉਹ ਹਜੇ ਤੱਕ ਵੀ ਕਿਸੇ ਤਰ੍ਹਾਂ ਸੈਟਿਸਫਾਈ ਨਹੀਂ ਹੋ ਰਹੀ। ਇਸੇ ਕਰਕੇ ਇਹਨਾਂ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪੈ ਰਿਹਾ। ਖੈਰ, ਇਹਨਾਂ ਦੀ ਇੱਕ ਕੋਰਟ ਦੇ ਵਿੱਚ ਕੱਲ੍ਹ ਤਰੀਕ ਹੈ ਜਿੱਥੇ ਇਹਨਾਂ ਨੇ ਇਹ ਇੱਕ ਅਰਜ਼ੀ ਲਾਈ ਹੋਈ ਆ ਕਿ ਸਾਡੇ ਜਿਹੜੇ ਕੇਸ ਹੋਇਆ ਉਹਨਾਂ ਨੂੰ ਕੁਐਸ਼ ਕੀਤਾ ਜਾਵੇ ਜਾਂ ਖਾਰਿਜ ਕੀਤਾ ਜਾਵੇ। ਉਸ ਅਰਜ਼ੀ ਤੇ ਕੀ ਫੈਸਲਾ ਹੁੰਦਾ ਇਹ ਤਾਂ ਸਮਾਂ ਹੀ ਦੱਸੂਗਾ। ਪਰ ਇਸ ਦੌਰਾਨ ਤੁਸੀਂ ਦੇਖੋ, ਅੰਮ੍ਰਿਤਸਰ ਦੇ ਐਮਪੀ ਨੇ ਗੁਰਜੀਤ ਸਿੰਘ ਔਜਲਾ, ਉਹਨਾਂ ਨੇ ਵੀ ਬਲਕਿ ਇਹ ਗੱਲ ਕਹੀ ਆ ਕਿ ਇਸ ਪਰਿਵਾਰ ਦੇ ਨਾਲ ਧੱਕਾ ਹੋ ਰਿਹਾ। ਇੱਕ ਐਮਪੀ, ਇੱਕ ਮੈਂਬਰ ਪਾਰਲੀਮੈਂਟ ਇਹ ਗੱਲ ਕਹਿ ਰਿਹਾ, ਪਰ ਅੰਮ੍ਰਿਤਸਰ ਪੁਲਿਸ ਤੇ ਉਸ ਦਾ ਕੋਈ ਅਸਰ ਨਹੀਂ ਹੈ। ਦੇਖੋ, ਹੌਪਰਜ਼ ਵਾਲਾ ਕੇਸ ਮੇਰੇ ਧਿਆਨ 'ਚ ਵੀ ਆਇਆ, ਉਹ ਬੜਾ ਮੰਦਭਾਗੀ ਗੱਲ ਹੈ। ਦੇਖੋ, ਤੁਸੀਂ ਇੱਕ ਵਪਾਰ ਕਰਦੇ ਬੰਦੇ ਨੂੰ ਇੱਦਾਂ ਜਾ ਕੇ ਉਹਨੂੰ ਜਲੀਲ ਨਹੀਂ ਕਰ ਸਕਦੇ। ਹਾਂ, ਜੇ ਉਹਦਾ ਕ੍ਰਿਮੀਨਲ ਹਿਸਟਰੀ ਹੈਗੀ ਹੈ ਤਾਂ ਯੂ ਕੈਨ ਡੂ, ਪਰ ਉਹਦੇ ਬਰਾਬਰ ਪੁਲਿਸ ਇੱਕ ਲਿਸਟ ਵੀ ਜਾਰੀ ਕਰਦੀ ਵੀ ਇੰਨੇ ਇਸ ਰੈਸਟੋਰੈਂਟ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸ਼ਰਾਬ ਪਿਆਈ ਜਾ ਰਹੀ ਹੈ। ਉਹਦਾ ਤਾਂ ਚਲੋ ਲਾਇਸੈਂਸ ਸੀ, ਨਹੀਂ ਵਿਖਾ ਸਕਿਆ ਜਾਂ ਤੁਸੀਂ ਨਹੀਂ ਵੇਖਿਆ, ਪਰ ਉਹਦੇ ਵਾਸਤੇ ਇੰਨਾ ਵੱਡਾ ਉਹਨੂੰ ਬਦਨਾਮੀ ਦੇਣੀ ਬਹੁਤ ਮਾੜੀ ਗੱਲ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ, ਜਿਹੜੇ ਖੁਦ ਸਾਬਕਾ ਪੁਲਿਸ ਆਫਿਸਰ ਰਹੇ ਨੇ, ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਉਹਨਾਂ ਨੇ ਵੀ ਇਸ ਪਰਿਵਾਰ ਦੇ ਹੱਕ ਦੇ ਵਿੱਚ ਆ ਕੇ ਬੋਲੇ ਨੇ, ਔਨ ਰੈਕਡ ਬੋਲੇ ਨੇ। ਉਹਨਾਂ ਨੇ ਕਿਹਾ ਕਿ ਇਸ ਪਰਿਵਾਰ ਦੇ ਨਾਲ ਬਿਲਕੁਲ ਜਿਹੜਾ ਉਹ ਇਨਸਾਫ ਨਹੀਂ ਹੋ ਰਿਹਾ, ਬਲਕਿ ਧੱਕਾ ਹੋ ਰਿਹਾ ਔਰ ਅੰਮ੍ਰਿਤਸਰ ਪੁਲਿਸ ਇਹਨਾਂ ਦੇ ਨਾਲ ਬਿਲਕੁਲ ਬੇਇਨਸਾਫੀ ਕਰ ਰਹੀ ਹੈ। ਤਾਂ ਹਰ ਵਿਅਕਤੀ ਨੂੰ ਬਿਜ਼ਨਸ ਕਰਨ ਦਾ ਅਧਿਕਾਰ ਹੈ। ਇਹ ਲੋਕਲ ਪੁਲਿਸ ਨਹੀਂ ਡਿਸਾਈਡ ਕਰੇਗੀ ਕਿ ਕਿਸ ਦਾ ਬਿਜ਼ਨਸ ਚਲਾਉਣਾ ਹੈ, ਕਿਸ ਦਾ ਬਿਜ਼ਨਸ ਖਰਾਬ ਕਰਨਾ ਹੈ। ਪਿਕ ਐਂਡ ਚੂਜ਼ ਦਾ ਜਿਹੜਾ ਸਿਸਟਮ ਪੁਲਿਸ ਨੇ ਅਡੋਪਟ ਕੀਤਾ ਹੈ, ਇਹ ਸ਼ੁਰੂ ਤੋਂ ਹੀ, ਖਾਸ ਕਰਕੇ ਰਣਜੀਤ ਐਵਨਿਊ ਜੋ ਥਾਣਾ ਹੈ, ਇਹ ਆਪਣੇ ਹਿਸਾਬ ਦੇ ਨਾਲ ਡਿਕਟੇਟਰਸ਼ਿਪ ਕਰਦੇ ਨੇ। ਪਰ ਫਿਰ ਵੀ ਉਹਨਾਂ ਦੀ ਗੱਲ ਦਾ ਵੀ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ। ਕਹਿਣ ਦਾ ਭਾਵ ਆ ਕਿ ਇਸ ਤਰ੍ਹਾਂ ਲੱਗਦਾ ਕਿ ਖੁਦ ਹੀ ਕਾਨੂੰਨ ਬਣ ਗਏ ਆ ਅੰਮ੍ਰਿਤਸਰ ਦੀ ਪੁਲਿਸ ਔਰ ਖੁਦ ਹੀ ਸਾਰੇ ਫੈਸਲੇ ਕਰ ਰਹੇ ਨੇ। ਇਸ ਬਾਰੇ ਮੈਂ ਤੁਹਾਨੂੰ तमाम ਜਾਣਕਾਰੀ ਦਊਂਗਾ ਕਿ ਇਹਨਾਂ ਦੀ ਮਾਨਸਿਕਤਾ ਨੂੰ ਹੋ ਕੀ ਗਿਆ। ਦੂਸਰੇ ਪਾਸੇ ਗੁਰਦਾਸਪੁਰ ਦੇ ਵਿੱਚ
ਗੁਰਦਾਸਪੁਰ ਦੀ ਵੀ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਈ ਸੀ ਕਿ ਕਿਸ ਤਰ੍ਹਾਂ 23 ਸਾਲਾਂ ਦੀ ਇੱਕ ਕੁੜੀ ਨੂੰ, ਜਿਹੜੀ ਕਿ ਇੱਕ ਜੱਜ ਦੇ ਘਰੇ ਕੰਮ ਕਰਦੀ ਸੀ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਚੰਦਨਾ ਭੱਟੀ ਦੇ ਘਰ ਕੰਮ ਕਰਦੀ ਸੀ, ਜਿਹੜੇ ਕਿ ਸਿਵਲ ਜੱਜ ਆ ਜੂਨੀਅਰ ਡਿਵੀਜ਼ਨ ਦੇ, ਕਿਸ ਤਰ੍ਹਾਂ ਉਸ ਨੂੰ ਪੁਲਿਸ ਨੇ ਚੋਰੀ ਦੇ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਕੁੱਟਿਆ ਮਾਰਿਆ। ਪਰ ਚੰਗੀ ਗੱਲ ਇੱਥੇ ਇਹ ਹੋਈ ਕਿ ਇੱਥੇ ਪੁਲਿਸ ਵਾਲਿਆਂ ਤੇ ਐਕਸ਼ਨ ਹੋਇਆ, SHO, ਉਹਨਾਂ ਦੇ ਨਾਲ 2 ASI, ਇੱਥੋਂ ਤੱਕ ਕਿ ਇਸ ਜੱਜ ਦਾ, ਜੁਡੀਸ਼ੀਅਲ ਮੈਜਿਸਟ੍ਰੇਟ ਦਾ ਬਾਡੀਗਾਰਡ ਸਰਵਣ ਸਿੰਘ ASI ਸੀ, ਉਸ ਨੂੰ ਵੀ ਹੁਣ, ਪਹਿਲਾਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਪੁਲਿਸ ਲਾਈਨ ਭੇਜਤਾ ਸੀ, ਉਸ ਤੋਂ ਬਾਅਦ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ। ਚੰਗੀ ਗੱਲ ਆ, ਕੋਈ ਐਕਸ਼ਨ ਤਾਂ ਹੋਇਆ, ਔਰ ਇਸ ਤੋਂ ਬਾਅਦ ਇਹਨਾਂ ਨੂੰ ਜ਼ਿਲ੍ਹੇ ਤੋਂ ਬਾਹਰ ਵੀ ਭੇਜ ਦਿੱਤਾ ਗਿਆ। ਪਰ ਨਾਲ ਇੱਥੇ ਇੱਕ ਸਵਾਲ ਹੋਰ ਪੈਦਾ ਹੁੰਦਾ, ਜੋ ਮੇਰੀ ਜਾਣਕਾਰੀ ਆ, ਔਰ ਉਸ ਗੁਰਦਾਸਪੁਰ ਜ਼ਿਲ੍ਹੇ ਦੇ ਅਫਸਰ SSP ਨੇ ਜਿਹੜੇ ਹਰੀਸ਼ ਕੁਮਾਰ ਦੈਮੇ, ਉਹਨਾਂ ਦੇ ਦਫ਼ਤਰ ਤੋਂ ਆਈ ਆ ਕਿ ਜੁਡੀਸ਼ਰੀ ਨੇ, ਜਿਨ੍ਹਾਂ ਦੇ ਘਰ ਚੋਰੀ ਹੋਈ ਸੀ, ਇਹਨਾਂ ਨੇ ਵੀ ਤੇ ਇਹਨਾਂ ਦੀ ਕੁਲੀਗਸ ਨੇ, ਇਹਨਾਂ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਪਾਇਆ ਪੁਲਿਸ ਤੇ, ਇਸੇ ਕਰਕੇ ਇਸ ਪ੍ਰੈਸ਼ਰ ਦੇ ਅਧੀਨ ਆ ਕੇ ਇਹਨਾਂ ਨੇ ਉਸ ਕੁੜੀ ਦੀ ਕੁੱਟਮਾਰ ਕੀਤੀ। ਖੈਰ, ਇਹ ਤਫਤੀਸ਼ ਦਾ ਮਾਮਲਾ ਹੋਮ ਅਫੇਅਰਸ ਐਂਡ ਜਸਟਿਸ ਡਿਪਾਰਟਮੈਂਟ, ਜਿਹੜਾ ਕਿ ਇਸ ਟਾਈਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਆ, ਤੁਸੀਂ ਪੁਲਿਸ ਤਾਂ ਮੰਨਦੇ ਹੀ ਹੋ ਕਿ ਇਹਨਾਂ ਕੋਲੇ ਆ, ਇਹ ਜਿਹੜੀ ਸਬੋਰਡੀਨੇਟ ਜੁਡੀਸ਼ਰੀ ਹੁੰਦੀ ਆ, ਜਿਹਨੂੰ ਅਸੀਂ ਲੋਅਰ ਜੁਡੀਸ਼ਰੀ ਵੀ ਕਹਿੰਦੇ ਆ, ਜ਼ਿਲ੍ਹਿਆਂ ਦੀ ਜਿਹੜੀ ਜੁਡੀਸ਼ਰੀ ਹੁੰਦੀ ਆ, ਉਹ ਵੀ ਪੰਜਾਬ ਸਰਕਾਰ ਅਧੀਨ ਹੀ ਆਉਂਦੀ ਆ, ਤੇ ਘੱਟੋ ਘੱਟ ਇਹਦੀ ਤਫਤੀਸ਼ ਹੀ ਕਰਾ ਲਓ ਕਿ ਕਿਉਂ ਜੁਡੀਸ਼ਰੀ ਐਗਜ਼ੈਕਟਿਵ ਦੇ ਵਿੱਚ ਜਾਂ ਪੁਲਿਸ ਦੇ ਕੰਮਕਾਰ ਦੇ ਵਿੱਚ ਇੰਨੀ ਦਖਲਅੰਦਾਜ਼ੀ ਦੇ ਰਹੇ ਸੀ, ਜਿਸ ਕਰਕੇ ਉਹ 23 ਸਾਲਾਂ ਦੀ ਮਮਤਾ ਕੁੜੀ ਨੂੰ ਇੰਨੀ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ। ਅੱਜ ਤੱਕ ਉਹ ਗਹਿਣਿਆਂ ਦੀ ਉਸ ਚੋਰੀ ਦੀ ਰਿਕਵਰੀ ਨਹੀਂ ਹੋਈ। ਹੌਪਰਸ ਰੈਸਟੋਰੈਂਟ ਉਹ ਅਪ ਮਾਰਕੀਟ ਰੈਸਟੋਰੈਂਟ ਜਿਹੜਾ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ ਆ, ਔਰ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਇਸ ਦਾ ਪਰਿਵਾਰ ਜਿਹੜਾ ਇੱਥੇ ਬਿਜ਼ਨਸ ਕਰਨ ਵਾਲਾ ਸੀ ਹੌਪਰਸ ਰੈਸਟੋਰੈਂਟ ਦਾ, ਅੱਜ ਵੀ ਭੱਜਿਆ ਹੋਇਆ। 30 ਮਈ ਨੂੰ ਇਹਨਾਂ ਦੇ ਖਿਲਾਫ, ਯਾਨੀ ਕਿ ਰਾਜਨਵੀਰ ਸਿੰਘ ਵੜੈਚ ਤੇ ਇਹਨਾਂ ਦੇ ਭਰਾ ਡਾਕਟਰ ਮਨਜੋਤ ਸਿੰਘ ਤੇ ਰਾਜਨਵੀਰ ਸਿੰਘ ਦੀ ਵਾਈਫ ਜਾਂ ਪਤਨੀ ਡਾਕਟਰ ਗੁਰਜੀਤ ਕੌਰ, ਇਹਨਾਂ ਤੇ ਇੱਕ FIR ਦਰਜ ਕਰ ਦਿੰਦੀ ਆ ਅੰਮ੍ਰਿਤਸਰ ਦੀ ਪੁਲਿਸ। ਕਹਿੰਦੇ ਆ ਕਿ ਇਹਨਾਂ ਨੇ ਐਕਸਾਈਜ਼ ਐਕਟ ਦੀ ਵਾਇਲੇਸ਼ਨ ਕੀਤੀ ਹੈ। ਇੱਕ ਤਾਂ ਸੈਕਸ਼ਨ 68 ਲਾ ਦਿੱਤਾ ਜਾਂਦਾ ਪੰਜਾਬ ਐਕਸਾਈਜ਼ ਐਕਟ ਦਾ, ਤੇ ਦੂਸਰਾ ਲਾ ਦਿੱਤਾ ਜਾਂਦਾ ਪੰਜਾਬ ਐਕਸਾਈਜ਼ ਐਕਟ ਦਾ ਸੈਕਸ਼ਨ 61। ਜਿਹੜਾ 68 ਹੁੰਦਾ ਬੇਸਿਕਲੀ ਮਿਸਲੀਨੀਅਸ ਹੁੰਦਾ, ਕਿਸੇ ਤਰ੍ਹਾਂ ਦੀ ਕੋਈ ਤੁਸੀਂ ਕਤਾਈ ਕਰਦੇ ਹੋ, ਪਰ ਇਹਦੇ ਵਿੱਚ 5000 ਰੁਪਇਆ ਜੁਰਮਾਨਾ ਦੇ ਕੇ ਤੁਸੀਂ ਛੁੱਟ ਜਾਂਦੇ ਹੋ। 61 ਦੇ ਵਿੱਚ ਹੁੰਦਾ ਕਿ ਮੰਨ ਲਓ ਤੁਸੀਂ ਲਾਇਸੈਂਸ ਲਿਆ ਹੋਇਆ ਔਰ ਉਹਦੇ ਵਿੱਚ ਤੁਸੀਂ ਦੇਸੀ ਸ਼ਰਾਬ ਕੱਢਦੇ ਹੋ, ਕੋਈ ਵਾਇਲੇਸ਼ਨ ਕਰਦੇ ਹੋ, ਕਿਸੇ ਤਰ੍ਹਾਂ ਦਾ ਵੀ ਕੋਈ ਕੁਤਾਈ ਕਰਦੇ ਹੋ, ਤਾਂ ਤੁਹਾਡੇ ਤੇ ਸੈਕਸ਼ਨ 61 ਲੱਗਦਾ। ਇਸ ਅਧੀਨ ਇਹਨਾਂ ਤੇ ਪਰਚਾ ਦਰਜ ਹੁੰਦਾ। ਲੇਕਿਨ ਬਾਅਦ ਦੇ ਵਿੱਚ ਇਹਨਾਂ ਤੇ ਰੇਡ ਵੀ ਕੀਤੀ ਜਾਂਦੀ ਹੈ ਕੁਤਾਈਆਂ ਦੀ। ਇਹ ਸਾਰਾ ਕੁਝ ਤੇ 3 ਹਫ਼ਤਿਆਂ ਦੇ ਬਾਅਦ ਇੱਕ ਧਾਰਾ, ਕਿਉਂਕਿ ਪੁਲਿਸ ਦੀ ਜਿਹੜੀ ਈਗੋ ਆ ਉਹ ਸੈਟੀਸਫਾਈ ਨਹੀਂ ਹੁੰਦੀ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਜਿਹੜਾ ਐਕਸਾਈਜ਼ ਐਕਟ ਆ ਇਹ ਤਾਂ ਅਵੇਲੇਬਲ ਆ, ਇਹ ਤਾਂ 5000 ਰੁਪਇਆ ਦਿਓ ਤੇ ਉਸ ਤੋਂ ਬਾਅਦ ਇਹਨਾਂ ਦੀ ਜ਼ਮਾਨਤ ਹੋ ਜਾਣੀ ਆ, ਕੋਈ ਗੱਲ ਬਣੀ ਨਹੀਂ। 3 ਹਫ਼ਤਿਆਂ ਦੇ ਬਾਅਦ, ਯਾਨੀ ਕਿ 20 ਜੂਨ ਨੂੰ ਇੰਡੀਅਨ ਪੀਨਲ ਕੋਡ ਦੀ ਧਾਰਾ 420 ਆ, ਜੇ ਕਿਸੇ ਨੇ ਕਿਸੇ ਨਾਲ ਧੋਖਾਧੜੀ ਕੀਤੀ ਹੋਵੇ, ਉਹ ਵੀ ਇਸ ਪਰਿਵਾਰ ਤੇ ਜਾਂ ਇਹਨਾਂ ਵਿਅਕਤੀਆਂ ਤੇ ਜਿਹੜੇ ਹੌਪਰਸ ਰੈਸਟੋਰੈਂਟ ਚਲਾਉਂਦੇ ਸੀ, ਇਹਨਾਂ ਤੇ ਕਰ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ 3 ਜੂਨ ਨੂੰ, ਯਾਨੀ ਕਿ ਦੇਖੋ ਇਸੇ ਦੌਰਾਨ ਇੱਕ ਹੋਰ FIR ਦਰਜ ਕੀਤੀ ਜਾਂਦੀ ਹੈ। ਮੈਂ ਤੁਹਾਨੂੰ ਸਾਰਾ ਥੋੜਾ ਦੁਬਾਰਾ ਦੱਸਣਾ ਚਾਹੁੰਦਾ ਤਾਂ ਕਿ ਤੁਹਾਡੇ ਜ਼ਿਹਨ ਦੇ ਵਿੱਚ ਇਹ ਸਾਰਾ ਕੁਝ ਤਾਜ਼ਾ ਹੋ ਜੇ ਕਿ ਇਸ ਪਰਿਵਾਰ ਤੇ ਇਹ ਸਾਰਾ ਕੁਝ ਕੀਤਾ ਕਿਉਂ ਜਾ ਰਿਹਾ ਸੀ। 3 ਜੂਨ ਨੂੰ ਸੈਕਸ਼ਨ 62 ਵੀ ਲਾ ਦਿੱਤਾ ਜਾਂਦਾ ਤੇ ਸੈਕਸ਼ਨ 65 ਵੀ ਲਾ ਦਿੱਤਾ ਜਾਂਦਾ। 62 ਸੈਕਸ਼ਨ ਉਹ ਹੁੰਦਾ ਪੰਜਾਬ ਐਕਸਾਈਜ਼ ਐਕਟ ਦਾ, ਜਿਹਦੇ ਵਿੱਚ ਜੇ ਤੁਸੀਂ 25 ਸਾਲ ਤੋਂ ਉਮਰ ਤੋਂ ਘੱਟ ਦੇ ਜਿਹੜੇ ਕੋਈ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਸ਼ਰਾਬ ਪਿਆਉਂਦੇ ਨੇ, ਇਸ ਕਰਕੇ ਇਹ ਧਾਰਾ ਲਾਤੀ। ਤੇ ਇੱਕ ਸੈਕਸ਼ਨ 65 ਵੀ ਲਾਤਾ, ਕਹਿੰਦੇ ਜੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਇਸ ਰੈਸਟੋਰੈਂਟ ਦੇ ਵਿੱਚ, ਬਾਰ ਦੇ ਵਿੱਚ ਕੋਈ ਇੰਪਲੋਇਜ਼ ਰੱਖੇ ਨੇ, ਕੋਈ ਕਰਿੰਦੇ ਰੱਖੇ ਨੇ ਜਿਨ੍ਹਾਂ ਦੀ ਉਮਰ 25 ਸਾਲ ਤੋਂ ਘੱਟ ਆ, ਇਸ ਕਰਕੇ ਵੀ ਇਹ ਧਾਰਾ ਲੱਗਦੀ ਹੈ। ਚਲੋ ਇਹ ਧਾਰਾ ਵੀ ਲਾਤੀ। ਫਿਰ ਵੀ ਪੁਲਿਸ ਨੂੰ ਲੱਗਾ ਵੀ ਇਹ ਤਾਂ ਬਚ ਜਾਣਗੇ, ਇਹ ਤਾਂ ਸਾਰਾ ਪਰਿਵਾਰ ਫਿਰ ਬਚ ਜੂਗਾ। ਫਿਰ ਜੁਵੇਨਾਈਲ ਐਕਟ ਦੀ ਧਾਰਾ 77 ਲਾਈ ਜਾਂਦੀ ਆ, ਜਿਹੜੀ ਕਿ ਨੌਨ ਅਵੇਲੇਬਲ ਹੁੰਦੀ ਹੈ, ਜਿਹਦੀ ਜ਼ਮਾਨਤ ਨਹੀਂ ਹੋ ਸਕਦੀ। ਤੁਸੀਂ ਦੇਖੇ ਜਾਓ ਕਿ ਇਹ ਮਾਮਲਾ ਚੱਲਦਾ ਕਿਸ ਤਰ੍ਹਾਂ, ਅੰਮ੍ਰਿਤਸਰ ਦੀ ਪੁਲਿਸ ਕੰਮ ਕਿਸ ਤਰ੍ਹਾਂ ਕਰਦੀ ਹੈ। FIR ਨੰਬਰ 114 ਦੇ ਵਿੱਚ ਇਹ ਪਰਿਵਾਰ ਪਹੁੰਚ ਜਾਂਦਾ ਕਿ ਘੱਟੋ ਘੱਟ ਘਰੋਂ ਭੱਜ ਜਾਂਦਾ। ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ, ਘਰੋਂ ਭੱਜ ਕੇ ਜਦੋਂ ਇਹ 2 ਜੂਨ ਨੂੰ ਘਰੋਂ ਭੱਜ ਜਾਂਦਾ
ਤੇ ਫਿਰ ਇਹ ਵੱਖਰੇ ਵੱਖਰੇ ਕੋਰਟਸ ਦੇ ਵਿੱਚ ਆਪਣੀਆਂ ਜ਼ਮਾਨਤਾਂ ਲਾਉਣੀਆਂ ਸ਼ੁਰੂ ਕਰ ਦਿੰਦਾ, ਆਪਣੇ ਆਪ ਨੂੰ ਬਚਾਉਣਾ ਸ਼ੁਰੂ ਕਰ ਦਿੰਦਾ। 16 ਤਰੀਕ ਨੂੰ ਹਾਈ ਕੋਰਟ ਦੇ ਵਿੱਚ 16 ਜੂਨ ਨੂੰ ਇਹਨਾਂ ਦੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਜ਼ਮਾਨਤ ਕਰ ਦਿੰਦਾ, ਪਰ ਨਾਲ ਦੀ ਨਾਲ ਤਾਕੀਦ ਇਹਨਾਂ ਨੂੰ ਇਹ ਕਰਦਾ ਕਿ 20 ਸਤੰਬਰ ਤੱਕ, ਯਾਨੀ ਕਿ ਪੂਰੇ 3 ਮਹੀਨਿਆਂ ਦੇ ਦੌਰਾਨ ਤੁਸੀਂ ਅੰਮ੍ਰਿਤਸਰ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਗੱਲ ਰੱਖ ਸਕਦੇ ਹੋ। ਤੁਸੀਂ ਇਨਵੈਸਟੀਗੇਸ਼ਨ ਜੁਆਇਨ ਕਰ ਲਓ ਔਰ ਉੱਥੇ ਜੋ ਤੁਹਾਨੂੰ ਪੁੱਛਦੇ ਨੇ ਉਹਨਾਂ ਦੀ ਗੱਲ ਦੱਸ ਦਿਓ। ਇਹ ਜਿਹੜੀ ਜ਼ਮਾਨਤ ਇਹਨਾਂ ਦੀ ਹੋਈ ਸੀ, ਇਹ ਅੰਤਰਿਮ ਜ਼ਮਾਨਤ ਹੋਈ ਸੀ, ਇੰਟਰਿਮ ਬੇਲ ਹੋਈ ਸੀ। ਖੈਰ ਇਹ ਆ ਜਾਂਦੇ ਨੇ। ਉਸ ਤੋਂ ਬਾਅਦ ਜਿੱਦਣ ਇਹਨਾਂ ਨੂੰ 16 ਜੂਨ ਨੂੰ ਬੇਲ ਮਿਲਦੀ ਆ, ਜ਼ਮਾਨਤ ਮਿਲਦੀ ਆ, ਪੁਲਿਸ ਕਿਉਂਕਿ ਲਗਾਤਾਰ ਇਸ ਚੀਜ਼ ਨੂੰ ਫੋਲੋ ਕਰ ਰਹੀ ਹੁੰਦੀ ਆ। ਹੁਣ ਤੁਸੀਂ ਦੇਖੋ 17 ਤਰੀਕ ਨੂੰ ਸ਼ਾਮ ਨੂੰ 7:45 ਵਜੇ 7:45 ਤੇ ਇਸ ਪਰਿਵਾਰ ਨੂੰ ਫੋਨ ਆ ਜਾਂਦਾ, ਕਹਿੰਦੇ ਤੁਹਾਨੂੰ ਜੀ ਪੁਲਿਸ ਸਟੇਸ਼ਨ ਚੱਲਣਾ ਪਊਗਾ। ਔਰ ਇਹਦੇ ਮੈਂ ਤੁਹਾਨੂੰ ਦੱਸ ਦਿੰਦਾ, ਇਹਦੇ ਇਨਵੈਸਟੀਗੇਸ਼ਨ ਆਫੀਸਰ ਨੇ, ਉਸ ਦਾ ਨਾਮ ਹੈ ਕਮਲਪ੍ਰੀਤ ਸਿੰਘ ਮੰਡ। ACP ਨੇ, ਅਸਿਸਟੈਂਟ ਕਮਿਸ਼ਨਰ ਆਫ ਪੁਲਿਸ, ਵੈਸੇ ਜਿਹਨੂੰ ਆਪਾਂ DSP ਕਹਿੰਦੇ ਨੇ। ਉਹਨਾਂ ਦਾ ਫੋਨ ਆ ਜਾਂਦਾ, ਕਹਿੰਦੇ 18 ਤਰੀਕ ਨੂੰ ਆ। ਔਰ 18 ਜੂਨ ਨੂੰ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਕਿ ਉਸ ਦਿਨ ਐਤਵਾਰ ਸੀ। ਜ਼ਮਾਨਤ ਇੰਟਰਿਮ ਮਿਲ ਜਾਂਦੀ ਆ, ਪਰ ਫਿਰ ਵੀ ਇਹਨਾਂ ਨੂੰ 18 ਤਰੀਕ ਨੂੰ ਬੁਲਾ ਲਿਆ ਜਾਂਦਾ। ਕਹਿੰਦੇ ਜੀ ਜਿਹੜੇ ਅਸੀਂ ਤੁਹਾਡੀ ਪੁੱਛਗਿੱਛ ਕਰਨੀ ਆ, ਕਿਉਂਕਿ ਤੁਹਾਨੂੰ ਕੋਰਟ ਨੇ ਕਿਹਾ ਤੁਸੀਂ ਆ ਕੇ ਜੁਆਇਨ ਕਰੋ। ਇਹ ਚਲੇ ਜਾਂਦੇ ਨੇ ਤੇ ਉੱਥੇ ਜਾ ਕੇ ਇਹ ਕਹਿੰਦੇ ਜੀ ਇੰਨੀ ਜਲਦੀ ਕਿਉਂ ਬੁਲਾ ਲਿਆ। ਹੁਣ ਤੁਸੀਂ ਕਾਰਨ ਸੁਣੋ। ਦਰਅਸਲ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ, ਜਿਹਨੂੰ CP ਕਹਿੰਦੇ ਆ, ਕਮਿਸ਼ਨਰ ਪੁਲਿਸ ਕਹਿੰਦੇ ਆ, ਨੌ ਨਿਹਾਲ ਸਿੰਘ ADGP, ਨੌ ਨਿਹਾਲ ਸਿੰਘ ਹੁਣਾਂ ਨੇ ਛੁੱਟੀ ਜਾਣਾ ਸੀ 19 ਜੂਨ ਤੋਂ ਲੈ ਕੇ ਤੇ 2 ਜੁਲਾਈ ਤੱਕ 15 ਦਿਨ ਦੀ ਛੁੱਟੀ ਜਾਣਾ ਸੀ। ਕਹਿੰਦੇ ਜੀ CP ਸਾਹਿਬ ਨੇ ਛੁੱਟੀ ਜਾਣਾ, ਇਸ ਕਰਕੇ ਤੁਸੀਂ ਜਲਦੀ ਆ ਜਾਓ, ਹੁਣੇ ਆ ਜਾਓ ਔਰ ਆ ਕੇ ਤਫਤੀਸ਼ ਦੇ ਵਿੱਚ ਸ਼ਾਮਿਲ ਹੋ ਜਾਓ। ਇਹ ਚਲੇ ਜਾਂਦੇ ਨੇ ਡਰਦੇ ਡਰਾਉਂਦੇ। ਇਹਨਾਂ ਨੂੰ ਲੱਗਦਾ ਵੀ ਚਲੋ ਸਾਨੂੰ ਜ਼ਮਾਨਤ ਮਿਲੀ ਆ। ਔਰ ਆਪਣੇ ਨਾਲ ਇਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਕੁਲਜੀਤ ਸਿੰਘ ਬੱਲ ਤੇ ਉਹਨਾਂ ਦੇ ਨਾਲ ਉਸ ਰੈਸਟੋਰੈਂਟ ਦੇ ਜਿੱਥੇ ਇਹਨਾਂ ਨੇ ਜਗ੍ਹਾ ਲਈ ਹੋਈ ਹੈ ਕਿਰਾਏ ਦੀ, ਹੌਪਰਸ ਰੈਸਟੋਰੈਂਟ ਦੇ, ਉਸ ਜਗ੍ਹਾ ਦੇ ਜਿਹੜੇ ਮਾਲਕ ਨੇ, ਓਨਰ ਨੇ, ਲੈਂਡਲॉर्ड ਨੇ, ਗੁਰਸੇਵਕ ਸਿੰਘ, ਉਹਨਾਂ ਨੂੰ ਵੀ ਲੈ ਜਾਂਦੇ ਨੇ। ਤੇ ਇੱਕ ਲੋਕਲ ਐਕਟਿਵਿਸਟ ਨੇ, ਪੋਲੀਟੀਸ਼ੀਅਨ ਨੇ, ਤਲਵੀਰ ਸਿੰਘ ਗਿੱਲ, ਇਹਨਾਂ ਨੂੰ ਵੀ ਲੈ ਜਾਂਦੇ ਨੇ ਕਿ ਚਲੋ ਸਾਡਾ ਥੋੜਾ ਜਿਹਾ ਬਚਾਅ ਰਹੂਗਾ। ਤੇ ਜਦੋਂ ਉੱਥੇ ਪਹੁੰਚਦੇ ਨੇ, ਕਹਿੰਦੇ ਤੁਹਾਡੀ FIR ਨੰਬਰ 114 ਦੇ ਵਿੱਚ ਨਹੀਂ, ਉੱਥੇ ਤਾਂ ਤੁਹਾਨੂੰ ਅੰਤਰਿਮ ਜ਼ਮਾਨਤ ਮਿਲ ਗਈ ਆ। ਦਰਅਸਲ ਅਸੀਂ ਪੁੱਛਗਿੱਛ ਹੁਣ ਕਰਨੀ ਹੈ FIR ਨੰਬਰ 109 ਦੀ, ਜਿਹਦੇ ਵਿੱਚ ਇਹਨਾਂ ਨੇ ਹੌਲੀ ਜੇ 420 ਜੋੜਤੀ ਸੀ, ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸੀ ਸੀ। ਇਹ ਬਹੁਤ ਹੈਰਾਨ ਹੁੰਦੇ ਨੇ ਵੀ ਸਾਨੂੰ ਤਾਂ ਪਤਾ ਨਹੀਂ ਸੀ, ਕਿਉਂਕਿ 420 ਦੇ ਵਿੱਚ ਨਾਨ ਬੇਲੇਬਲ ਆਫੈਂਸ ਆ, ਸਾਡੀ ਗ੍ਰਿਫਤਾਰੀ ਹੋ ਜਾਊਗੀ। ਇਹ ਸਾਰਾ ਪਰਿਵਾਰ ਉੱਥੋਂ ਬੜੀ ਮੁਸਤੈਦੀ ਦੇ ਨਾਲ ਕਿਸੇ ਤਰ੍ਹਾਂ ਬਚਦੇ ਬਚਾਉਂਦੇ ਉੱਥੋਂ ਭੱਜਦਾ ਤੇ ਫਿਰ ਮੁੜ ਕੇ ਆਪਣੇ ਘਰੋਂ ਫਿਰ ਗਾਇਬ ਹੋ ਜਾਂਦਾ, ਕਿਉਂਕਿ ਇਹਨਾਂ ਨੂੰ ਸੀ ਕਿ ਸਾਨੂੰ ਅੱਜ ਹੀ ਗ੍ਰਿਫਤਾਰ ਕਰ ਲੈਣਗੇ। ਉਹ ਤਾਂ ਇਹ ਪਰਿਵਾਰ ਉਹਨਾਂ ਦੇ ਹੱਥ ਨਹੀਂ ਆਇਆ, ਨਹੀਂ ਤਾਂ ਇਹਨਾਂ ਨੇ ਉਸੇ ਦਿਨ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਸੀ। ਔਰ ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਹਨਾਂ ਨੇ ਇਹਨਾਂ FIRs ਦੀ, ਯਾਨੀ ਕਿ ਇਸ ਪਰਿਵਾਰ ਨੇ, ਰਾਜਨਵੀਰ ਸਿੰਘ ਵੜੈਚ ਨੇ ਤੇ ਇਹਨਾਂ ਦੇ ਛੋਟੇ ਭਰਾ ਨੇ ਜਾਂ ਇਹਨਾਂ ਦੀ ਪਤਨੀ ਨੇ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹਨਾਂ FIRs, ਕਿਉਂਕਿ ਇਹਨਾਂ ਦੀਆਂ ਗਲਤ ਹੋਈਆਂ ਨੇ, ਇਹਨਾਂ ਨੂੰ ਖਾਰਜ ਕਰਨ ਦੀ ਵੀ ਐਪਲੀਕੇਸ਼ਨ ਲਾਈ ਹੈ। ਵੈਸੇ ਉਹਦੀ ਅੱਜ ਸੁਣਵਾਈ ਸੀ, ਪਰ ਅੱਜ ਉਹ ਤਰੀਕ, ਅੱਜ ਸੁਣਵਾਈ ਹੋ ਨਹੀਂ ਸਕੀ। ਇਸ ਕਰਕੇ ਕੱਲ 12 ਜੁਲਾਈ ਨੂੰ ਇਸ ਕੇਸ ਦੀ ਸੁਣਵਾਈ ਆ। ਜਸਟਿਸ ਮਹਾਬੀਰ ਸਿੰਘ ਸਿੰਧੂ ਇਸ ਦੀ ਸੁਣਵਾਈ ਕਰ ਰਹੇ ਆ। ਉਹ ਇਸ ਤੇ ਕੀ ਫੈਸਲਾ ਲੈਂਦੇ ਆ ਉਹ ਤਾਂ ਖੈਰ ਆਪਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂ। ਪਰ ਇਸ ਦੌਰਾਨ ਇਸ ਪੁਲਿਸ ਦੀ ਫੋਰਸ ਦੀ ਚਲਾਕੀਆਂ ਦੇਖੋ, ਕਿਉਂਕਿ ਇਹਨਾਂ ਨੂੰ ਹਰ ਗੱਲ ਤੇ ਕਮਾਂਡ, ਇਹਦੇ ਵਿੱਚ ਸਾਰੇ ਸ਼ਾਮਲ ਆ। ਤੁਸੀਂ ਕਿਸੇ ਵੀ ਵਿਅਕਤੀ ਨੂੰ ਪਾਸੇ ਕਰਕੇ ਨਹੀਂ ਦੇਖ ਸਕਦੇ। ਘੱਟੋ ਘੱਟ ਨੌ ਨਿਹਾਲ ਸਿੰਘ ADGP ਨੇ, ਇੰਨੇ ਸੀਨੀਅਰ ਅਫਸਰ ਨੇ, ਘੱਟੋ ਘੱਟ ਇਹ ਤਾਂ ਇਸ ਪਰਿਵਾਰ ਦਾ ਖਿਆਲ ਰੱਖਣ। ਪਰ ਇਸ ਤਰ੍ਹਾਂ ਲੱਗਦਾ ਅੰਮ੍ਰਿਤਸਰ ਦੀ ਪੁਲਿਸ ਇਸ ਪਰਿਵਾਰ ਦਾ ਬਿਜ਼ਨਸ ਤਬਾਹ ਕਰਨ ਤੇ ਉਤਾਰੂ ਆ। ਤਬਾਹ ਇਸ ਕਰਕੇ ਕਿਉਂਕਿ ਇਹਨਾਂ ਦਾ ਕਮਾਂਡ, ਇਹਨਾਂ ਦੀ ਈਗੋ ਇੰਨੀ ਕੁ ਜ਼ਿਆਦਾ ਵੱਡੀ ਆ, ਉਸ ਨੂੰ ਕਿਤੇ ਨਾ ਕਿਤੇ ਇਹਨਾਂ ਨੇ ਠੇਸ ਪਹੁੰਚਾਤੀ ਹੈ ਇਸ ਪਰਿਵਾਰ ਨੇ। ਹੁਣ ਇਹਨਾਂ ਤੋਂ ਬਦਲੇ ਲੈ ਰਹੇ ਨੇ। ਕਹਿੰਦੇ ਤੁਸੀਂ ਪ੍ਰੈਸ ਕਾਨਫਰੰਸ ਕਿਉਂ ਕਰਤੀ। ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ, ਪਿਛਲੇ ਦਿਨਾਂ ਦੇ ਵਿੱਚ ਕੁਝ ਜਿਹੜੇ ਉੱਥੋਂ ਦੇ ਸਿਵਲ ਰਾਈਟਸ ਦੇ ਐਕਟਿਵਿਸਟ ਹੁੰਦੇ ਆ ਅੰਮ੍ਰਿਤਸਰ ਦੇ, ਉਹ ਬੀਤੇ ਐਤਵਾਰ ਨੂੰ ਇੱਕ ਕੈਂਡਲ ਮਾਰਚ ਕੱਢਣਾ ਚਾਹੁੰਦੇ ਸੀ ਇਸ ਪਰਿਵਾਰ ਦੇ ਹੱਕ ਦੇ ਵਿੱਚ। ਦੇਖੋ ਇਸ ਪੁਲਿਸ ਨੇ ਉਹਨਾਂ ਨੂੰ ਵੀ ਡਰਾ ਧਮਕਾ ਕੇ ਬਿਠਾਤਾ।
ਵੈਸੇ ਮੈਂ ਸਿਵਲ ਰਾਈਟ ਐਕਟਿਵਿਸਟ ਨੂੰ ਕਹਿਣਾ ਚਾਹੁੰਦਾ ਕਿ ਪੁਲਿਸ ਦਾ ਤਾਂ ਇਹ ਕੰਮ ਆ, ਇਹ ਸਮਝੋ ਕਿ ਪਬਲਿਕ ਸਰਵੈਂਟ ਨੇ, ਨੌਕਰ ਨੇ, ਇਹ ਜਿਨ੍ਹਾਂ ਤੋਂ ਸਾਡੇ ਪੈਸੇ ਕੱਟਦੇ ਨੇ, ਸਾਡੇ ਟੈਕਸਾਂ ਦੇ ਪੈਸੇ ਕੱਟ ਕੇ ਇਹਨਾਂ ਨੂੰ ਤਨਖਾਹਾਂ ਮਿਲਦੀ, ਸਾਡੇ ਸਿਰ ਤੇ ਨਹੀਂ ਬੈਠ ਸਕਦੇ। ਸੋ ਇਹਨਾਂ ਨੂੰ ਇੰਨੀ ਜਿਹੜੀ ਤਰਜੀਹ ਨਾ ਦਿਓ ਕਿ ਇਹਨਾਂ ਦੇ ਕਹਿਣ ਤੇ ਤੁਸੀਂ ਆਪਣਾ ਕੈਂਡਲ ਮਾਰਚ, ਜੇ ਤੁਹਾਨੂੰ ਲੱਗਦਾ ਕਿ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਹਾ, ਜ਼ਰੂਰ ਕੈਂਡਲ ਮਾਰਚ ਕੱਢੋ। ਕੀ ਦਿੱਲੀ ਦੇ ਵਿੱਚ ਕੈਂਡਲ ਮਾਰਚ ਨਹੀਂ ਹੁੰਦੇ ਜਾਂ ਹੋਰ ਥਾਵਾਂ ਤੇ ਨਹੀਂ ਹੁੰਦੇ? ਪੰਜਾਬ ਦੇ ਵਿੱਚ ਉਹ ਕੈਂਡਲ ਮਾਰਚ ਜੇ ਪੁਲਿਸ ਧੱਕਾ ਕਰਦੀ ਆ ਉਹਦੇ ਖਿਲਾਫ ਕਿਉਂ ਨਹੀਂ ਹੋ ਸਕਦੇ? ਜੇ ਉੱਥੋਂ ਦਾ MP ਗੁਰਜੀਤ ਸਿੰਘ ਔਜਲਾ ਬੋਲ ਸਕਦਾ, MLA ਬੋਲ ਸਕਦਾ, ਤੇ ਤੁਸੀਂ ਕਿਉਂ ਨਹੀਂ ਬੋਲ ਸਕਦੇ? ਦੂਸਰੀ ਗੱਲ, ਇੱਕ ਗੱਲ ਹੋਰ ਆਈ ਆ ਕਿ ਉੱਥੋਂ ਦੇ ਇੱਕ ਵਾਈਨ ਓਨਰ ਨੇ ਜਿਨ੍ਹਾਂ ਦੀ RPB ਕਰਕੇ ਇੱਕ ਵਾਈਨਸ ਆ, RPB ਤੋਂ ਇੱਕ ਸਟੇਟਮੈਂਟ ਲੈ ਲਈ ਹੈ ਇਸ ਪੁਲਿਸ ਨੇ। ਕਹਿੰਦੇ ਕਿਉਂਕਿ ਇਹਨਾਂ ਨੇ ਲਿਖ ਕੇ ਦੇਤਾ ਕਿ ਤੁਸੀਂ ਤਾਂ ਉਹਨਾਂ ਤੋਂ ਵਾਈਨ ਲਿੱਤੀ ਨਹੀਂ, ਤੁਸੀਂ ਤਾਂ ਪਤਾ ਨਹੀਂ ਵਾਈਨ ਕਿੱਥੋਂ ਲੈ ਲਈ, ਲਿਕਰ ਕਿੱਥੋਂ ਲੈ ਲਈ, ਉਹ ਪਤਾ ਨਹੀਂ ਕਿੱਥੋਂ ਲੈ ਲਈ, ਪਰ ਕਿਉਂਕਿ ਉਹਨਾਂ ਤੋਂ ਇੱਕ ਸਟੇਟਮੈਂਟ ਲੈ ਲਈ, ਹੁਣ ਕਹਿੰਦੇ ਤੁਸੀਂ ਤਾਂ ਬੜੀ 420 ਕਰ ਲਈ, ਤੁਸੀਂ ਤਾਂ ਸਟੇਟ ਐਕਸਚੇਕਰ ਨੂੰ, ਯਾਨੀ ਕਿ ਇਸੋਂ ਦੇ ਜਿਹੜਾ ਖਜ਼ਾਨਾ ਉਸ ਨੂੰ ਬੜਾ ਧੱਕਾ ਕਰਤਾ, ਉਹਨੂੰ ਤੁਸੀਂ ਖੋਰਾ ਲਾਤਾ, ਇਸ ਕਰਕੇ ਤੁਹਾਡੀ ਅਸੀਂ ਇਹ ਸਾਰੀ ਜਾਂਚ ਪੜਤਾਲ ਕਰਨੀ ਆ। ਹੁਣ ਤੁਸੀਂ ਦੇਖੋ ਇਸ ਦੌਰਾਨ ਇਹਨਾਂ ਦੇ ਮੈਨੇਜਰ ਆ ਓਮ ਪ੍ਰਕਾਸ਼, ਉਹਨੂੰ ਵੀ ਨਹੀਂ ਬਖਸ਼ਿਆ, ਉਹਨੂੰ ਫੜ ਕੇ ਲੈ ਗਏ ਸੀ, ਪਹਿਲਾਂ 2 ਦਿਨ ਦਾ ਪੁਲਿਸ ਰਿਮਾਂਡ, ਫਿਰ 1 ਦਿਨ ਦਾ ਪੁਲਿਸ ਰਿਮਾਂਡ, ਉਸ ਤੋਂ ਬਾਅਦ ਹੁਣ ਉਹ ਬੇਲ ਤੇ ਆਇਆ ਤੇ ਛੁੱਟਿਆ। ਉਸ ਤੋਂ ਬਾਅਦ ਉਹਨਾਂ ਦੇ EMPLOYEES ਦੇਖੋ, ਉਹਨਾਂ ਦੇ ਘਰੇ ਜਾ, ਉਹਨਾਂ ਨੂੰ ਘਰੋਂ ਬੁਲਾ, ਉਹਨਾਂ ਨੂੰ ਤੰਗ ਕਰ। ਅੱਜ ਤੱਕ ਉਹ ਵੀ ਇਸ ਤਰ੍ਹਾਂ EMPLOYEES ਜਿੰਨੇ ਉਹਨਾਂ ਦੇ ਕਰਮਚਾਰੀ ਸੀ ਉਹ ਬਲਕਿ ਛੱਡ ਕੇ ਭੱਜਣ ਨੂੰ ਤਿਆਰ ਆ। ਇਹ ਹਾਲਾਤ ਪੈਦਾ ਇਹਨਾਂ ਇਸ ਪੁਲਿਸ ਨੇ ਕਰਤੇ, ਪਰ ਤੁਸੀਂ ਦੇਖੋ ਕਿਸੇ ਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਆ ਕਿ ਇਹਨਾਂ ਨੇ ਅੱਗੇ ਜਾ ਕੇ ਕੀ ਕਰਨਾ। ਇਸੇ ਤਰ੍ਹਾਂ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਇਹਨਾਂ ਨੇ ਐਕਸਾਈਜ਼ ਮਹਿਕਮੇ ਨੂੰ ਵੀ ਤੰਗ ਕਰਨਾ ਸ਼ੁਰੂ ਕਰਤਾ। ਕਹਿੰਦੇ ਇਸ ਪਰਿਵਾਰ ਦੀਆਂ, ਯਾਨੀ ਕਿ ਰਾਜਨਵੀਰ ਸਿੰਘ ਵੜੈਚ ਤੇ ਉਹਦੇ ਛੋਟੇ ਭਰਾ ਜਾਂ ਉਹਨਾਂ ਦੀ ਪਤਨੀ ਦੀਆਂ, ਤੁਹਾਡੇ ਕੋਲ GST ਇਹਨਾਂ ਦਾ ਕੀ ਰੈਕਡ ਆ, ਇਹਨਾਂ ਦਾ ਵੈਟ ਕੀ ਆ, ਇਹਨਾਂ ਦਾ ਐਕਸਾਈਜ਼ ਕੀ ਆ, ਸਾਨੂੰ ਸਾਰਾ ਬਿਊਰਾ ਦਿਓ। ਐਕਸਾਈਜ਼ ਮਹਿਕਮਾ ਬਹੁਤ ਹੈਰਾਨ ਹੋਇਆ, ਕਹਿੰਦੇ ਸਾਡੇ ਤੋਂ ਬਿਊਰਾ ਕੀ ਮੰਗ ਰਹੇ ਹੋ, ਪਹਿਲਾਂ ਤਾਂ ਇਹ ਦੱਸੋ ਕਿ ਇਹਨਾਂ ਨੇ ਗਲਤੀ ਕੀ ਕੀਤੀ। ਔਰ ਤੁਸੀਂ ਦੇਖੋ ਇਹਦੇ ਵਿੱਚ ਜਿਹੜੇ ਅਫਸਰ ਸ਼ਾਮਲ ਨੇ, ਉਹ ਚਾਹੇ ਕਮਲਪ੍ਰੀਤ ਸਿੰਘ ਮੰਡ ਹੋਣ ਤੇ ਚਾਹੇ ਪ੍ਰਭਜੋਤ ਸਿੰਘ ਵਿਰਕ ਹੋਣ। ਪ੍ਰਭਜੋਤ ਸਿੰਘ ਵਿਰਕ ਬਾਰੇ ਮੈਂ ਦੱਸਦਾ, ਉਹ SP ਲੈਵਲ ਦੇ ਅਧਿਕਾਰੀ ਨੇ, DCP ਨੇ, ਤੇ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਵਰਿੰਦਰ ਸਿੰਘ ਖੋਸਾ ਵੀ ਸੀ, ਇਸ ਤੋਂ ਪਹਿਲਾਂ SHO ਅਮਨਜੋਤ ਕੌਰ ਵੀ ਸੀ, ਤੇ ਜਿਹੜੇ CP ਆ, ਕਮਿਸ਼ਨਰ ਪੁਲਿਸ ਆ, ਉਹ ਤਾਂ ਹੈ ਹੀ ਆ। ਪਤਾ ਇਹ ਲੱਗਿਆ ਕਿ ਉਹਨਾਂ ਦੀਆਂ ਇਨਸਟਰਕਸ਼ਨਸ ਤੇ ਇਹ ਸਾਰਾ ਕੁਝ ਹੋ ਰਿਹਾ। ਤੇ ਮੈਂ ਇਹ ਪੁੱਛਣਾ ਚਾਹੁੰਦਾ, ਇੱਕ ਪਰਿਵਾਰ ਨੂੰ ਤੁਸੀਂ ਤਬਾਹ ਕਰ ਰਹੇ ਹੋ, ਉਹਨਾਂ ਦਾ ਬਿਜ਼ਨਸ ਤਬਾਹ ਕਰ ਰਹੇ ਹੋ, ਤਾਂ ਕਿਸ ਤਰ੍ਹਾਂ ਦਾ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ? ਤੁਸੀਂ ਦੇਖੋ ਇਹਨਾਂ ਨੇ ਇਸ ਪੁਲਿਸ ਨੇ, ਅੰਮ੍ਰਿਤਸਰ ਦੀ ਪੁਲਿਸ ਨੇ ਅਨਮੋਲ ਰਤਨ ਸਿੰਘ ਸਿੱਧੂ ਸਾਬਕਾ ਐਡਵੋਕੇਟ ਜਨਰਲ ਔਰ ਇਸ ਪਰਿਵਾਰ ਦੇ ਉਹ ਵਕੀਲ ਨੇ ਹੌਪਰਸ ਰੈਸਟੋਰੈਂਟ ਦੇ, ਉਹਨਾਂ ਨੂੰ ਵੀ ਨੋਟਿਸ ਕੱਢਤਾ ਕਿ ਤੁਸੀਂ ਤਾਂ ਕਹਿੰਦੇ ਸੀ ਇਹਨਾਂ ਨੂੰ ਪੇਸ਼ ਕਰ ਦਿਓ। ਤੇ ਉਹ ਜਿਹੜੀ ਜ਼ਮਾਨਤ ਮਿਲੀ ਸੀ, ਜਿਹੜੀ ਚਾਹੇ ਅੰਤਰਿਮ ਜ਼ਮਾਨਤ ਸੀ, ਉਹ ਤਾਂ 20 ਸਤੰਬਰ ਤੱਕ ਆ, ਤੇ ਤੁਸੀਂ ਚਾਹੁੰਦੇ ਅੱਜ ਹੀ ਪੇਸ਼ ਹੋ ਜਾਣ। ਇਸ ਦਾ ਨੋਟਿਸ ਕੱਢਤਾ। AS ਚੱਠਾ ਉੱਥੋਂ ਦੇ ਰੈਸਟੋਰੈਂਟ ਐਂਡ ਐਸੋਸੀਏਸ਼ਨ ਦੇ ਪ੍ਰਧਾਨ ਨੇ। ਉਹ ਕਿਉਂਕਿ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਇਹਨਾਂ ਨੇ ਕੀਤੀ ਸੀ, ਰਾਜਨਵੀਰ ਸਿੰਘ ਵੜੈਚ ਨੇ ਤੇ ਡਾਕਟਰ ਮਨਜੋਤ ਸਿੰਘ ਨੇ ਉਹਨਾਂ ਦੇ ਨਾਲ ਬੈਠੇ ਸੀ, ਉਹਨਾਂ ਨੂੰ ਵੀ ਨੋਟਿਸ ਕੱਢਤਾ। ਕਹਿੰਦੇ ਤੁਸੀਂ ਕਿਉਂ ਬੈਠੇ ਸੀ ਨਾਲ? ਮੈਨੂੰ ਤਾਂ ਇਹ ਲੱਗਦਾ ਕਿ ਜਿਸ ਤਰ੍ਹਾਂ ਇਹ ਚੱਲ ਰਹੇ ਨੇ, ਇਹ ਤਾਂ ਪ੍ਰੈਸ ਨੂੰ ਵੀ ਕੋਈ ਮੁੱਦਾ ਨਹੀਂ ਚੱਕਣ ਦੇਣਗੇ। ਤੇ ਜੇ ਇੰਨਾ ਇਹਨਾਂ ਨੂੰ ਫਿਕਰ ਆ, ਘੱਟੋ ਘੱਟ ਜਿਹੜੇ CP ਨੇ ਨੌ ਨਿਹਾਲ ਸਿੰਘ, ਇਹ ਖੁਦ ਪ੍ਰੈਸ ਕਾਨਫਰੰਸ ਕਰ ਲੈਣ। ਦੂਸਰੇ ਪਾਸੇ ਭਗਵੰਤ ਮਾਨ, ਜਿਨ੍ਹਾਂ ਕੋਲੇ ਇਹ ਮਹਿਕਮਾ, ਉਹ ਕਿਉਂ ਨਹੀਂ ਇਹਨਾਂ ਨੇ ਐਕਸ਼ਨ ਲਿੱਤਾ? ਕਿਸ ਤਰ੍ਹਾਂ ਇਹਨਾਂ ਦੀ ਪੁਲਿਸ, ਤੁਸੀਂ ਯਾਦ ਕਰੋ ਜਦੋਂ ਮੈਰਿਜ ਪੈਲੇਸ ਤੋਂ ਜਿਹੜੇ ਇਸ ਤੋਂ ਪਹਿਲਾਂ CP ਸੀ ਅਰੁਣਪਾਲ ਸਿੰਘ, ਉਹਨਾਂ ਦੇ ਹੁੰਦੇ ਕਿਸ ਤਰ੍ਹਾਂ ਇੱਕ NRI ਪਰਿਵਾਰ ਭੱਜ ਗਿਆ ਸੀ। ਉਸ ਤੋਂ ਬਾਅਦ ਕੁਲਦੀਪ ਸਿੰਘ ਢਾਲੀਵਾਲ ਜਿਹੜੇ NRI ਮਿਨਿਸਟਰਸ ਨੇ, NRI ਅਫੇਅਰਸ ਦੇ, ਉੱਥੇ ਗਏ ਸੀ, ਉਹਨਾਂ ਨੂੰ ਭਰੋਸਾ ਦਿੱਤਾ ਸੀ। ਤੇ ਅੱਜ ਵੀ ਮੈਨੂੰ ਲੱਗਦਾ ਅੰਮ੍ਰਿਤਸਰ ਪੁਲਿਸ ਤਾਂ ਉਸੇ ਮਾਨਸਿਕਤਾ ਦੇ ਨਾਲ ਕੰਮ ਕਰ ਰਹੀ ਹੈ। ਇੱਦਾਂ ਲੱਗਦਾ ਕਿਸੇ ਨੂੰ ਕਿਸੇ ਤਰ੍ਹਾਂ ਦਾ ਕੋਈ ਅਸਰ ਹੀ ਨਹੀਂ ਹੈ। ਤੇ ਐਕਸਾਈਜ਼ ਮਹਿਕਮੇ ਦੇ ਹਰਪਾਲ ਸਿੰਘ ਚੀਮਾ, ਉਹ ਕਿਉਂ ਨਹੀਂ ਦਖਲ ਅੰਦਾਜ਼ੀ ਦਿੰਦੇ? ਇੱਕ ਪਾਸੇ ਤਾਂ ਤੁਸੀਂ ਸਾਰਿਆਂ ਨੂੰ ਕਹਿੰਦੇ ਕਿ ਇੱਥੇ ਆ ਕੇ ਬਿਜ਼ਨਸ ਕਰੋ, ਦੂਸਰੇ ਪਾਸੇ ਤੁਸੀਂ ਪਰਿਵਾਰਾਂ ਨੂੰ ਡਰਾ ਕੇ ਭਜਾ ਰਹੇ ਹੋ। ਇਸ ਤਰ੍ਹਾਂ ਕਿਸ ਤਰ੍ਹਾਂ ਚੱਲੂਗਾ? ਔਰ ਪੁਲਿਸ ਆ ਜਿਹੜੀ, ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਆ, ਕਿਸੇ ਦਾ ਕੋਈ ਖੌਫ ਨਹੀਂ ਆ, ਕਿਸੇ ਤਰ੍ਹਾਂ ਦਾ ਉਹਨਾਂ ਨੂੰ ਕਾਨੂੰਨ ਨਹੀਂ ਆਉਂਦਾ। ਜੋ ਚਾਹੁੰਦੇ ਨੇ ਕਿ ਉਹਨਾਂ ਦੇ ਖਿਲਾਫ ਕਿਸੇ ਨੇ ਪ੍ਰੈਸ ਕਾਨਫਰੰਸ ਕਿਉਂ ਕਰਤੀ, ਉਹਨਾਂ ਨੂੰ ਸਵਾਲ ਕਿਉਂ ਕਰ ਲਏ, ਜਿਸ ਤਰ੍ਹਾਂ ਕਿ ਆਮ ਤੌਰ ਤੇ ਇਹਨਾਂ ਦੀ ਹਉਮੈ ਹੁੰਦੀ ਆ, ਇਹਨਾਂ ਦਾ ਘਮੰਡ ਹੁੰਦਾ।
ਬਿਲਕੁਲ ਉਸੇ ਤਰ੍ਹਾਂ ਦਾ ਕਮਾਂਡ ਦਿਖਾਇਆ ਜਾ ਰਿਹਾ। ਮੈਨੂੰ ਲੱਗਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਥੇ ਇੱਕ ਉਦਾਹਰਨ ਸੈੱਟ ਕਰਨੀ ਚਾਹੀਦੀ ਆ, ਤਾਂ ਕਿ ਲੋਕ ਜਾਂ ਜਿਹੜੀ ਪੁਲਿਸ ਆ ਉਹ ਇਸ ਤਰ੍ਹਾਂ ਬਿਹੇਵ ਨਾ ਕਰੇ। ਚਾਹੇ ਈਵਨ ਕਿ ਨਿਹਾਲ ਸਿੰਘ ਨੂੰ ਉੱਥੋਂ ਬਦਲਿਆ ਜਾਣਾ ਚਾਹੀਦਾ। ਪੁਰਾਣੇ ਸਮਿਆਂ ਦੇ ਵਿੱਚ ਇਹਨਾਂ ਦੇ ਬਹੁਤ ਸਾਰੇ ਵਿਵਾਦ ਰਹੇ ਨੇ, ਤੇ ਜੇ ਅੱਜ ਜਾ ਕੇ ਉੱਥੇ ਲੋਕਾਂ ਨੂੰ ਆਪਣੇ ਭਰੋਸੇ 'ਚ ਨਹੀਂ ਲੈਣਾ ਜਾਂ ਉਹਨਾਂ ਨੂੰ ਭਜਾਉਣਾ ਜਾਂ ਉਹਨਾਂ ਤੇ ਬਾਰ-ਬਾਰ ਕੇਸ ਕਰਨੇ ਆ, ਤਾਂ ਫਿਰ ਇਸ ਤਰ੍ਹਾਂ ਦੇ ਕਮਿਸ਼ਨਰ ਦੀ ਲੋੜ ਕੀ ਆ। ਤੇ ਜਿਹੜੇ ਨਿਚਲੇ ਅਫਸਰ ਆ, ਮੈਨੂੰ ਤਾਂ ਇਹ ਵੀ ਪਤਾ ਲੱਗਾ ਉਸੇ ਮਹਿਕਮੇ ਤੋਂ ਜਾਂ ਉਸ ਆਫਿਸ ਤੋਂ ਕਿ ਜਿਹੜੇ ਨਿਚਲੇ ਅਫਸਰ ਆ, ਜਿਹੜੇ ਛੋਟੇ ਅਫਸਰ ਆ, ਬਲਕਿ ਉਹ ਤਾਂ ਦੁਖੀ ਬਹੁਤ ਆ। ਕਹਿੰਦੇ ਜੀ ਸਾਡੇ ਤੇ ਪ੍ਰੈਸ਼ਰ ਆਉਂਦਾ, ਸਾਨੂੰ ਕਿਹਾ ਜਾਂਦਾ ਇਸ ਤਰ੍ਹਾਂ ਕਰਨ ਲਈ, ਕਿਉਂ ਇਸ ਤਰ੍ਹਾਂ ਦੇ ਵੱਡੇ ਅਫਸਰਾਂ ਨੂੰ ਲਾਇਆ ਜਾਂਦਾ। ਸੋ ਦੇਖਦੇ ਹਾਂ ਕਿ ਪੰਜਾਬ ਸਰਕਾਰ ਇਸ ਮਾਮਲੇ ਦੇ ਵਿੱਚ ਕਿਸ ਤਰ੍ਹਾਂ ਕੋਈ ਕਦਮ ਲਊਗੀ, ਕੋਈ ਐਕਸ਼ਨ ਲਊਗੀ, ਜਾਂ ਇਹ ਜਿਹੜੇ ਪੁਲਿਸ ਆ, ਜਿੰਨੀ ਪੁਲਿਸ ਅਫਸਰ ਨੇ, ਇਹ ਇਸੇ ਤਰ੍ਹਾਂ ਦੰਦ ਲਾਉਂਦੇ ਹੋਏ ਫਿਰਨਗੇ, ਇਸੇ ਤਰ੍ਹਾਂ ਇਹ ਧੱਕਾ ਕਰਨਗੇ, ਤੇ ਕਿਸੇ ਪਰਿਵਾਰ ਨੂੰ ਜਿਨ੍ਹਾਂ ਨੂੰ ਇਹ ਚਾਹਣਗੇ ਉਹ ਉੱਥੇ ਬਿਜ਼ਨਸ ਕਰੂਗਾ, ਜਿਨ੍ਹਾਂ ਨੂੰ ਨਹੀਂ ਚਾਹਣਗੇ ਉਹ ਬਿਜ਼ਨਸ ਕਰ ਨਹੀਂ ਸਕਦਾ। ਚੰਦਨਾ ਭੱਟੀ, ਜਿਸ ਦੀ ਆਪਾਂ ਗੱਲ ਪਹਿਲਾਂ ਵੀ ਕੀਤੀ ਸੀ, ਇਹ ਉੱਥੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਨੇ, ਜੂਨੀਅਰ ਡਿਵੀਜ਼ਨ ਦੇ ਸਿਵਲ ਜੱਜ ਨੇ। ਇਹਨਾਂ ਦੇ ਘਰ ਪਿਛਲੇ ਦਿਨਾਂ ਦੇ ਵਿੱਚ ਚੋਰੀ ਹੋ ਗਈ ਸੀ, ਇਹ ਮੈਂ ਤੁਹਾਨੂੰ ਸਾਰੀ ਕਹਾਣੀ ਦੱਸੀ ਸੀ। ਔਰ ਉਸ ਤੋਂ ਬਾਅਦ ਕੁਝ ਪੁਲਿਸ ਅਫਸਰਾਂ ਨੇ, ਜਿਹਦੇ ਵਿੱਚ SHO ਗੁਰਮੀਤ ਸਿੰਘ ਦਾ ਵੀ ਨਾਂ ਆਉਂਦਾ, ਇਸੇ ਤਰ੍ਹਾਂ ASI ਉੱਥੋਂ ਦੇ ਮੰਗਲ ਸਿੰਘ ਨੇ, ASI ਅਸ਼ਵਨੀ ਕੁਮਾਰ, ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਇਸੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਦੇ ਜਾਂ ਚੰਦਨਾ ਭੱਟੀ ਦੇ ਇਸੇ ਜੱਜ ਦੇ ਉੱਥੇ ਇੱਕ ਬਾਡੀਗਾਰਡ ਨੇ ਸਰਵਣ ਸਿੰਘ, ASI ਨੇ, ਅਸਿਸਟੈਂਟ ਸਬ ਇੰਸਪੈਕਟਰ। ਬਾਅਦ ਚ ਪਤਾ ਲੱਗਾ ਕਿ ਇਹਨਾਂ ਨੇ ਵੀ ਇਸ ਕੁੜੀ ਨੂੰ, ਮਮਤਾ ਨੂੰ, 23 ਸਾਲਾਂ ਦੀ ਕੁੜੀ ਜਿਹੜੀ 7-8 ਮਹੀਨੇ ਤੋਂ ਇਸ ਪਰਿਵਾਰ ਦੇ ਵਿੱਚ ਕੰਮ ਕਰਦੀ ਸੀ, ਉਸ ਨੂੰ ਕੁੱਟਿਆ ਮਾਰਿਆ ਇੰਨਾ ਜ਼ਿਆਦਾ, ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਇਹਨਾਂ ਦਾ 22 ਤੋਲੇ ਸੋਨਾ ਤੇ ਇਹਨਾਂ ਦਾ 20,000 ਰੁਪਇਆ ਨਕਦੀ ਇਸ ਕੁੜੀ ਨੇ ਚੱਕ ਲਿਆ। ਅੱਜ ਤੱਕ ਤਾਂ ਰਿਕਵਰ ਨਹੀਂ ਹੋਇਆ। ਆਸੇ-ਪਾਸੇ ਖਬਰਾਂ ਲਵਾਉਂਦੇ ਫਿਰਦੇ ਨੇ, ਕਹਿੰਦੇ ਜੀ ਕੁੜੀ ਪਹਿਲਾਂ ਮੰਨ ਗਈ ਸੀ, ਤੇ ਜੇ ਕੁੜੀ ਮੰਨ ਗਈ ਸੀ, ਇੱਕ 23 ਸਾਲਾਂ ਦੀ ਕੰਮ ਕਰਨ ਵਾਲੀ ਕੁੜੀ ਜਿਹੜੀ ਕਿ ਡੋਮੈਸਟਿਕ ਹੈਲਪ ਆ, ਤੁਸੀਂ ਦੇਖੋ ਐਡੇ ਪੁਲਿਸ ਅਫਸਰਾਂ ਦੇ ਅੱਗੇ ਤਾਂ ਵੈਸੇ ਮੰਨ ਜਾਂਦੀ, ਹੁਣ ਤੱਕ ਤਾਂ ਰਿਕਵਰੀ ਵੀ ਹੋ ਜਾਂਦੀ। ਪਰ ਤੁਸੀਂ ਇਸ ਮਸਲੇ ਨੂੰ ਇੰਨਾ ਕੁ ਵੱਡਾ ਬਣਾ ਲਿਆ। ਹੁਣ ਤੁਸੀਂ ਦੇਖੋ, ਚੰਗੀ ਗੱਲ ਕੇਵਲ ਇਸ 'ਚ ਇਹ ਹੋਈ ਆ ਕਿ ਪੰਜਾਬ ਸਰਕਾਰ ਨੇ ਇਸ ਵਿੱਚ ਇੱਕ ਤਰ੍ਹਾਂ ਕਾਰਵਾਈ ਕੀਤੀ ਆ। ਇਹਦੇ ਵਿੱਚ SHO ਸੀ ਜਿਹੜੇ ਗੁਰਮੀਤ ਸਿੰਘ ਨੂੰ ਵੀ, ਉੱਥੇ ਮੰਗਲ ਸਿੰਘ ASI ਨੂੰ ਵੀ, ਤੇ ਇਸੇ ਤਰ੍ਹਾਂ ਅਸ਼ਵਨੀ ਕੁਮਾਰ ASI, ਤੇ ਇਸੇ ਤਰ੍ਹਾਂ ਸਰਵਣ ਸਿੰਘ ASI, ਇਹਨਾਂ ਨੂੰ ਪਹਿਲਾਂ ਪੁਲਿਸ ਲਾਈਨਸ ਦੇ ਵਿੱਚ ਹਾਜ਼ਰ ਕੀਤਾ। ਪਰ ਜਦੋਂ ਪਤਾ ਲੱਗਾ ਕਿ ਇਹ ਸਜ਼ਾ ਕਾਫੀ ਨਹੀਂ ਆ ਜਾਂ ਉੱਥੇ ਪਬਲਿਕ ਪ੍ਰੈਸ਼ਰ ਪਿਆ, ਬਾਅਦ ਦੇ ਵਿੱਚ ਇਹਨਾਂ ਨੂੰ ਸਸਪੈਂਡ ਕਰਤਾ। ਹੁਣ ਇਹਨਾਂ ਨੂੰ ਸਾਰਿਆਂ ਨੂੰ ਜ਼ਿਲ੍ਹੇ ਤੋਂ ਬਾਹਰ ਟ੍ਰਾਂਸਫਰ ਕਰਤਾ। ਚੰਗੀ ਗੱਲ ਆ, ਇਹ ਇੱਕ ਘੱਟੋ ਘੱਟ ਸਾਰਿਆਂ ਲਈ ਨਜ਼ੀਰ ਬਣੇਗੀ, ਇੱਕ ਤਰ੍ਹਾਂ ਦੀ ਉਦਾਹਰਨ ਬਣੇਗੀ। ਪਰ ਦੂਸਰੇ ਪਾਸੇ ਇੱਥੇ ਗੱਲ ਹੋਰ ਆਈ ਆ, ਜਿਹੜੀ ਕਿ ਮੈਨੂੰ SSP ਆਫਿਸ ਗੁਰਦਾਸਪੁਰ ਤੋਂ ਪਤਾ ਲੱਗੀ ਆ। ਦਰਅਸਲ ਪਤਾ ਲੱਗਾ ਕਿ ਜਿਸ ਦਿਨ ਇਹ ਚੋਰੀ ਹੁੰਦੀ ਆ, ਉਹ ਹੁੰਦੀ ਆ 26 ਜੂਨ ਨੂੰ। 26 ਜੂਨ ਨੂੰ ਇਹੀ ਚੰਦਨਾ ਭੱਟੀ, ਇਹ ਜੁਡੀਸ਼ੀਅਲ ਆਫੀਸਰ ਨੇ, ਇਹ ਇਸ SHO ਨੂੰ ਫੋਨ ਕਰਦੇ ਨੇ ਔਰ ਕਹਿੰਦੇ ਨੇ ਕਿ ਇਸ ਤਰ੍ਹਾਂ ਸਾਡੀ ਹੀ ਨੌਕਰਾਨੀ ਨੇ, ਯਾਨੀ ਕਿ ਮਮਤਾ ਨੇ, 23 ਸਾਲਾਂ ਦੀ ਕੁੜੀ ਨੇ ਸਾਡੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਚੋਰੀ ਕਰ ਲਈਆਂ। ਇਹ ਆਪਣੇ ਇੱਕ ਸਬ ਇੰਸਪੈਕਟਰ ਹੁੰਦੇ ਨੇ, ਸਬ ਇੰਸਪੈਕਟਰ ਨੂੰ ਉੱਥੇ ਭੇਜਦੇ ਨੇ। ਇਸ ਸਬ ਇੰਸਪੈਕਟਰ ਦਾ ਨਾਮ ਹੁੰਦਾ ਸ਼ਵਿੰਦਰਜੀਤ ਸਿੰਘ। ਸ਼ਵਿੰਦਰਜੀਤ ਸਿੰਘ ਨੂੰ ਕਹਿੰਦੇ ਨੇ ਕਿ ਤੂੰ ਉਸ ਜੱਜ ਦੇ ਘਰੇ ਜਾ, ਯਾਨੀ ਕਿ ਚੰਦਨਾ ਭੱਟੀ ਦੇ ਘਰੇ ਜਾ, ਤੇ ਇਹ ਜਾ ਕੇ ਤਫਤੀਸ਼ ਕਰਕੇ ਉਹਨਾਂ ਦੀ ਚੋਰੀ ਹੋ ਗਈ ਹੈ, ਜੋ ਵੀ ਰਿਪੋਰਟ ਹੁੰਦੀ ਹੈ, ਜੋ ਕਾਰਵਾਈ ਹੁੰਦੀ ਆ, ਇਹ ਗੁਰਮੀਤ ਸਿੰਘ ਕਹਿੰਦੇ ਨੇ, ਜੋ ਮੈਨੂੰ SSP ਆਫਿਸ ਤੋਂ ਪਤਾ ਲੱਗਾ, ਇਹ ਉਹਨੂੰ ਭੇਜ ਦਿੰਦੇ ਨੇ। ਉਸ ਤੋਂ ਬਾਅਦ ਇਹ ਜਾਂਦੇ ਨੇ, ਤੇ ਉਸ ਤੋਂ ਬਾਅਦ ਇਹ SHO ਵੀ ਉੱਥੇ ਖੁਦ ਪਹੁੰਚ ਜਾਂਦਾ, ਔਰ ਉਸੇ ਜਗ੍ਹਾ ਤੇ ਇਹ ਚੰਦਨਾ ਭੱਟੀ ਜਿਹੜੀ ਜੱਜ ਆ, ਉਹ ਵੀ ਉੱਥੇ ਮੌਜੂਦ ਹੁੰਦੀ ਆ। ਇਹਨਾਂ ਦੇ ਪਿਤਾ ਜੀ, ਜਿਨ੍ਹਾਂ ਦਾ ਨਾਮ ਰਜਿੰਦਰ ਕੁਮਾਰ ਆ, ਇਹ ਵੀ ਉੱਥੇ ਮੌਜੂਦ ਹੁੰਦਾ। ਉਹਨਾਂ ਦਾ ਭਰਾ ਵੀ ਉੱਥੇ ਮੌਜੂਦ ਹੁੰਦਾ, ਉਹਨਾਂ ਦੀ ਬੇਟੀ ਵੀ ਉੱਥੇ ਮੌਜੂਦ ਹੁੰਦੀ ਆ। ਇਹ ਸਾਰੇ ਉੱਥੇ ਹੁੰਦੇ ਆ, ਤੇ ਇਹ ਕਹਿੰਦੇ ਨੇ ਕਿ ਜੇ ਸਾਡੀਆਂ ਇਸ ਤਰ੍ਹਾਂ ਚੀਜ਼ਾਂ ਚੱਕ ਲੀਆਂ, ਤੇ ਗੁਰਮੀਤ ਸਿੰਘ ਆਪਣੇ IO ਸੁਵਿੰਦਰਜੀਤ ਸਿੰਘ ਨੂੰ ਕਹਿੰਦਾ ਕਿ ਤੂੰ ਇਸ ਤੇ ਕਾਰਵਾਈ ਕਰ, ਤੇ ਬਾਅਦ ਦੇ ਵਿੱਚ ਇਸ ਤੇ ਇੱਕ ਰਿਪੋਰਟ ਦਰਜ ਹੋ ਜਾਂਦੀ ਆ। 1 ਤਰੀਕ ਨੂੰ ਇਸ ਦੌਰਾਨ, ਇਸ ਤੋਂ ਪਹਿਲਾਂ ਵੀ ਬਲਕਿ, ਚੰਦਨਾ ਭੱਟੀ ਇਹ ਜਿਹੜੀ ਜੱਜ ਹੁੰਦੀ ਆ, 15 ਤੋਂ ਲੈ ਕੇ 20 ਕਾਲਸ ਕਰਦੀ ਹੈ ਇਸ SHO ਨੂੰ, ਇਸ ਗੁਰਮੀਤ ਸਿੰਘ ਨੂੰ। ਇਸੇ ਤਰ੍ਹਾਂ ਕਾਲਸ ਕੀਤੀਆਂ ਜਾਂਦੀਆਂ ਨੇ ਸ਼ਵਿੰਦਰਜੀਤ ਸਿੰਘ ਨੂੰ ਵੀ, IO ਸਬ ਇੰਸਪੈਕਟਰ। ਬਾਅਦ ਦੇ ਵਿੱਚ ਇਹੀ ਚੰਦਨਾ ਭੱਟੀ ਇਕੱਲਾ ਇਹ ਨਹੀਂ ਫੋਨ ਕਰਦੀ, ਬਲਕਿ ਇਹਨਾਂ ਦੇ ਨਾਲ ਜਿਹੜੇ ਜੁਡੀਸ਼ੀਅਲ ਆਫੀਸਰ ਹੋਰ ਕੋਲੀਗਸ ਹੁੰਦੇ ਨੇ, ਜੁਡੀਸ਼ੀਅਲ ਮੈਜਿਸਟ੍ਰੇਟ ਹੁੰਦੇ ਨੇ, ਉਹ ਵੀ ਇਹਨਾਂ ਨੂੰ ਕਾਲ ਕਰਦੇ ਨੇ, ਕਹਿੰਦੇ ਜੀ ਰਿਕਵਰੀ ਕਰਾਓ,
ਚੋਰੀ ਹੋ ਗਈ, ਜੱਜ ਦੇ ਘਰੇ ਚੋਰੀ ਹੋ ਗਈ, ਆਮ ਲੋਕਾਂ ਦੇ ਵੀ ਚੋਰੀ ਹੁੰਦੀ ਹੈ, ਤੁਹਾਨੂੰ ਪਤਾ ਹੀ ਹੈ, ਪਰ ਕਿਉਂਕਿ ਉਹਨਾਂ ਕੋਲੇ ਇੰਨਾ ਅਸਰ ਰਸੂਖ ਹੁੰਦਾ ਨਹੀਂ, ਕਹਿੰਦੇ ਰਿਕਵਰੀ ਕਰਾਓ। ਔਰ ਇਸੇ ਤਰ੍ਹਾਂ ਦੇ ਜਿਹੜੇ ਫੋਨਸ ਨੇ, ਟੈਲੀਫੋਨ ਕਾਲਸ ਨੇ, ਉਹ ਐਸਐਸਪੀ ਕੋਲੇ ਜਾਂਦੇ ਨੇ ਔਰ ਐਸਐਸਪੀ ਆਪਣੇ ਐਸਐਚਓ ਨੂੰ ਔਰ ਆਪਣੇ ਆਈਓ ਨੂੰ ਵੀ ਫੋਨ ਕਰਦਾ, ਸ਼ਵਿੰਦਰਜੀਤ ਸਿੰਘ ਜਿਹੜਾ ਮੈਂ ਨਾਂ ਦੱਸਿਆ, ਕਿ ਰਿਕਵਰੀ ਹੋਣੀ ਚਾਹੀਦੀ ਹੈ, ਕਿਸੇ ਤਰ੍ਹਾਂ ਵੀ ਰਿਕਵਰੀ ਕਰਾਓ। ਇੰਨਾ ਜ਼ਿਆਦਾ ਜਦੋਂ ਪ੍ਰੈਸ਼ਰਾਈਜ਼ ਕਰੋਗੇ ਤੇ ਤੁਸੀਂ ਆਪ ਸਮਝ ਸਕਦੇ ਹੋ ਕਿ ਪੁਲਿਸ ਦਾ ਰਵੱਈਆ ਕਿਸ ਤਰ੍ਹਾਂ ਹੋ ਜਾਂਦਾ ਕਿ ਜੱਜਾਂ ਦੀ ਚੋਰੀ ਅਸੀਂ ਫੜਾਉਣੀ ਆ, ਪਤਾ ਨਹੀਂ ਅਸੀਂ ਕੀ ਮਾਰਕਾ ਮਾਰ ਲਾਂਗੇ। ਔਰ ਤੁਸੀਂ ਦੇਖੋ ਇਸ ਗੁਰਮੀਤ ਸਿੰਘ ਨੂੰ, ਇਸ ਐਸਐਚਓ ਨੂੰ ਚੰਦਨਾ ਭੱਟੀ, ਇਹ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ, ਆਪਣੀ ਕੋਰਟ ਦੇ ਵਿੱਚ ਵੀ ਬੁਲਾਉਂਦੀ ਹੈ। ਇਸੇ ਤਰ੍ਹਾਂ ਸ਼ਵਿੰਦਰਜੀਤ ਸਿੰਘ, ਉਹਨੂੰ ਵੀ ਕੋਰਟ ਦੇ ਵਿੱਚ ਬੁਲਾਉਂਦੀ ਆ, ਉੱਥੇ ਫੇਰ ਹਦਾਇਤ ਕਰਦੀ ਆ ਕਿ ਮੇਰੀ ਜਿਹੜੀ ਚੋਰੀ ਹੋ ਗਈ ਆ ਤੇ ਮੈਨੂੰ ਚੋਰੀ ਪਤਾ ਕਰਵਾ ਕੇ ਦਿਓ, ਮੈਨੂੰ ਇਹਦੀ ਰਿਕਵਰੀ ਕਰਵਾ ਕੇ ਦਿਓ। ਔਰ ਇਸ ਤੋਂ ਬਾਅਦ ਜਿਹੜੀ ਪੁਲਿਸ ਜਿਸ ਦਰਿੰਦਗੀ ਦੇ ਨਾਲ ਇਹਨੂੰ ਕੁੱਟਦੀ ਆ, ਉਹ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ। ਇਸ ਤੇ ਐਕਸ਼ਨ ਹੋਇਆ। ਮੇਰਾ ਕਹਿਣ ਦਾ ਭਾਵ ਆ ਕਿ ਇਹ ਸਾਰਾ ਜਦੋਂ ਜੁਡੀਸ਼ੀਅਲ ਆਫੀਸਰਸ ਨੇ, ਜਿਹੜੇ ਜੱਜ ਨੇ, ਜਿਨ੍ਹਾਂ ਨੇ ਇਹ ਦੇਖਣਾ ਹੁੰਦਾ ਕਿ ਸਾਡੇ ਮਨੁੱਖੀ ਅਧਿਕਾਰਾਂ ਦਾ ਘਾਣ ਨਾ ਹੋਵੇ, ਉਹਨਾਂ ਦੀ ਵਾਇਲੇਸ਼ਨ ਨਾ ਹੋਵੇ, ਜਦੋਂ ਖੁਦ ਇਸ ਤਰ੍ਹਾਂ ਬਾਰ-ਬਾਰ ਬੁਲਾ ਕੇ ਐਗਜ਼ੈਕਟਿਵ ਦੇ ਵਿੱਚ, ਜੁਡੀਸ਼ਰੀ ਜੇ ਐਗਜ਼ੈਕਟਿਵ ਦੇ ਵਿੱਚ ਰੋਜ਼ ਦੇ ਕੰਮਕਾਰ ਦੇ ਵਿੱਚ ਇਸ ਤਰ੍ਹਾਂ ਦਖਲ ਅੰਦਾਜ਼ੀ ਦੇਗੀ ਤੇ ਕੀ ਪ੍ਰੈਸ਼ਰ ਨਹੀਂ ਪਏਗਾ। ਪੰਜਾਬ ਦਾ ਜਿਹੜਾ ਇਹ ਮਹਿਕਮਾ ਹੋਮ ਅਫੇਅਰਸ ਐਂਡ ਜਸਟਿਸ, ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲੇ ਆ। ਮੈਨੂੰ ਲੱਗਦਾ ਕਿ ਪੁਲਿਸ ਤਾਂ ਇਹਦਾ ਹਿੱਸਾ ਹੈ ਹੀ ਆ, ਦੂਸਰਾ ਇਹ ਜਿਹੜੀ ਸਬੋਰਡੀਨੇਟ ਜੁਡੀਸ਼ਰੀ ਆ ਜਾਂ ਜਿਹੜੀ ਲੋਅਰ ਜੁਡੀਸ਼ਰੀ ਆ, ਇਹ ਵੀ ਇਸੇ ਮਹਿਕਮੇ ਦਾ ਹਿੱਸਾ। ਘੱਟੋ ਘੱਟ ਇਸ ਪਾਸੇ ਵੀ ਤਹਿਕੀਕਾਤ ਕਰਵਾਉਣੀ ਜਾਣੀ ਚਾਹੀਦੀ ਆ। ਸਾਰੀਆਂ ਕਾਲ ਡਿਟੇਲਸ ਇਹਨਾਂ ਜੁਡੀਸ਼ੀਅਲ ਅਫਸਰਾਂ ਦੀ ਵੀ ਕਢਾਈਆਂ ਜਾਣੀਆਂ ਚਾਹੀਦੀਆਂ ਤਾਂ ਕਿ ਪਤਾ ਲੱਗੇ ਕਿ ਕਿੰਨੀਆਂ ਕੁ ਕਾਲਸ ਕੀਤੀਆਂ, ਕਿੰਨੀਆਂ ਕਿ ਇਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ, ਕਿਉਂਕਿ ਇਹ ਗੱਲ ਐਸਐਸਪੀ ਆਫਿਸ ਤੋਂ ਵੀ ਆਉਂਦੀ ਆ। ਸੋ ਜੇ ਇਸ ਤਰ੍ਹਾਂ ਕੰਮ ਹੋਊਗਾ ਤੇ ਹਾਂ, ਜਦੋਂ ਜੱਜਾਂ ਦੇ ਘਰੇ ਚੋਰੀ ਹੋਏਗੀ ਫਿਰ ਤਾਂ ਤੁਸੀਂ ਦੇਖ ਸਕਦੇ ਹੋ ਇੰਨਾ ਪ੍ਰੈਸ਼ਰ ਪਾਇਆ ਜਾਂਦਾ, ਆਮ ਲੋਕਾਂ ਨੂੰ ਕਦੇ ਪੁੱਛਿਆ ਨਹੀਂ ਜਾਂਦਾ। ਸੋ ਦੇਖਦੇ ਹਾਂ ਕਿ ਇਸ ਮਾਮਲੇ ਨੂੰ ਹੁਣ ਇਸ ਪਾਸੇ ਕਿਸ ਤਰ੍ਹਾਂ ਵਧਾਇਆ ਜਾਂਦਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।